We're gonna roll it. What do you mean roll it? Ready? Here we go. सजणों बेलियो मित्रों निकियो ते वड्डियो भैणों ते पिराओ तुसां सारिਆਂ ਨੂੰ अस्सलाम वालेकुम। ਦੋਸਤੋ ਕੁਝਾਂ ਲੋਕਾਂ ਨੇ ਕਮੈਂਟਸ ਦੇ ਵਿੱਚ ਕਮੈਂਟ ਕਰ ਕਰਕੇ ਸਿਰ ਖਾਦਿਆ ਸੀ ਕਿ ਬਲੈਕ ਬਾਕਸ ਤੇ ਥੋੜੀ ਜਿਹੀ ਰੋਸ਼ਨੀ ਪਾਓ ਕਿ ਕੀ ਹੁੰਦਾ ਹੈ ਤੇ ਇਹਦਾ ਕੰਮ ਕੀ ਹੁੰਦਾ ਹੈ। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਬਲੈਕ ਬਾਕਸ ਅਸਲ ਵਿੱਚ ਹੈ ਕੀ ਤੇ ਇਹਦਾ ਕੰਮ ਕੀ ਹੈ ਤੇ ਇਹਦੇ ਟੈਕਨੀਕਲ ਪੁਆਇੰਟਸ ਜਿਹੜੇ ਨੇ ਉਹ ਕਿਹੜੇ-ਕਿਹੜੇ ਨੇ। ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਬਲੈਕ ਬਾਕਸ ਹੈ ਕੀ। ਜਦੋਂ ਵੀ ਕਿਸੇ ਤਿਆਰੇ ਨੂੰ ਹਾਦਸਾ ਹੁੰਦਾ ਹੈ ਨਾ ਤੇ ਅਸੀਂ ਅਕਸਰ ਸੁਣਦੇ ਹਾਂ ਕਿ ਬਲੈਕ ਬਾਕਸ ਮਿਲ ਗਿਆ, ਬਲੈਕ ਬਾਕਸ ਢੂੰਡਿਆ ਜਾ ਰਿਹਾ ਹੈ ਜਾਂ ਬਲੈਕ ਬਾਕਸ ਮਿਲੇਗਾ ਤੇ ਫਿਰ ਹੀ ਕੁਝ ਮਾਲੂਮ ਹੋ ਸਕੇਗਾ। ਸਭ ਤੋਂ ਪਹਿਲੇ ਤੇ ਇਹ ਗੱਲ ਜ਼ਿਹਨ 'ਚ ਰੱਖੋ ਕਿ ਬਲੈਕ ਬਾਕਸ ਅਸਲ ਵਿੱਚ ਕਾਲੇ ਰੰਗ ਦਾ ਨਹੀਂ ਹੁੰਦਾ ਬਲਕਿ ਇਹਦਾ ਰੰਗ ਤੇਜ਼ ਮਾਲਟਈ ਜਾਂ ਔਰੇਂਜ ਕਲਰ ਦਾ ਹੁੰਦਾ ਹੈ। ਇਹਨੂੰ ਬਲੈਕ ਬਾਕਸ ਸ਼ਾਇਦ ਇਸ ਵਜ੍ਹਾ ਤੋਂ ਕਹਿੰਦੇ ਨੇ ਕਿ ਜਦੋਂ ਤਿਆਰੇ ਨੂੰ ਕੋਈ ਹਾਦਸਾ ਹੋ ਜਾਏ ਤੇ ਅੱਗ ਦੇ ਬਾਇਸ ਜਲ ਕੇ ਜਾਂ ਮਲਬੇ 'ਚ ਆ ਕੇ ਇਹਦਾ ਰੰਗ ਇੰਤਹਾਈ ਕਾਲਾ ਹੋ ਜਾਂਦਾ ਹੈ। ਤੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਇਹਨੂੰ ਇਬਤਦਾ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਤੇ ਇਹਦਾ ਰੰਗ ਮੁਕੰਮਲ ਤੌਰ ਤੇ ਕਾਲਾ ਸੀ ਜਿਹੜਾ ਬਾਅਦ ਵਿੱਚ ਔਰੇਂਜ ਕਲਰ ਦਾ ਕਰ ਦਿੱਤਾ ਗਿਆ। ਖੈਰ ਇਹਨਾਂ ਦੋਵਾਂ ਚੋਂ ਜਿਹੜੀ ਵੀ ਗੱਲ ਸੱਚੀ ਹੈ ਇਹਨਾਂ ਹੀ ਵਜ੍ਹਾ ਤੋਂ ਇਹਦਾ ਨਾਂ ਬਲੈਕ ਬਾਕਸ ਰੱਖ ਦਿੱਤਾ ਗਿਆ ਔਰ ਹੁਣ ਇਹ ਟਰਮ ਮੀਡੀਆ ਸਮੇਤ ਆਵਾਮ ਦੇ ਵਿੱਚ ਵੀ ਕਾਫੀ ਮਸ਼ਹੂਰ ਹੈ। ਲੇਕਿਨ ਮਾਹਿਰੀਨ ਇਹਨੂੰ ਇਲੈਕਟ੍ਰੋਨਿਕ ਫਲਾਈਟ ਡਾਟਾ ਰਿਕਾਰਡ ਵੀ ਕਹਿੰਦੇ ਨੇ। ਪਿਆਰੇ ਦੋਸਤੋ ਬਲੈਕ ਬਾਕਸ ਦੋ ਹਿੱਸਿਆਂ ਤੇ ਮੁਸ਼ਤਮਿਲ ਹੁੰਦਾ ਹੈ। ਇੱਕ ਹਿੱਸੇ ਨੂੰ ਫਲਾਈਟ ਡਾਟਾ ਰਿਕਾਰਡ ਯਾਨੀ FDR ਤੇ ਦੂਸਰੇ ਹਿੱਸੇ ਨੂੰ ਕਾਕਪਿਟ ਵਾਇਸ ਰਿਕਾਰਡ ਜਾਂ CVR ਕਹਿੰਦੇ ਨੇ। ਬਲੈਕ ਬਾਕਸ ਕਿਸੇ ਵੀ ਕਮਰਸ਼ੀਅਲ ਨਿੱਜੀ ਜਾਂ ਫਾਈਟਰ ਤਿਆਰੇ 'ਚ ਲਾਜ਼ਮੀ ਨਸਬ ਕੀਤਾ ਜਾਂਦਾ ਹੈ ਤੇ ਇਹ ਅਮੂਮਨ ਜਹਾਜ਼ ਦੀ ਜਿਹੜੀ ਦੁਮ ਹੁੰਦੀ ਹੈ ਜਿਹਨੂੰ ਪੂਛਲ ਕਹਿ ਲਓ ਟੇਲ ਕਹਿ ਲਓ ਉਹਦੇ ਕਰੀਬ ਨਸਬ ਕੀਤਾ ਜਾਂਦਾ ਹੈ। ਜਿਹੜਾ FDR ਹਿੱਸਾ ਹੁੰਦਾ ਹੈ ਨਾ ਇਹ ਦੌਰਾਨੇ ਪ੍ਰਵਾਜ਼ ਤਿਆਰੇ ਦੇ ਅੱਗੇ बढ़न ਦੀ ਰਫ਼ਤਾਰ, ਉਸ ਦੀ ਬੁਲੰਦੀ, ਹਵਾ ਦੀ ਰਫ਼ਤਾਰ, ਦਰਜਾ ਹਰਾਰਤ, ਫਿਊਲ ਲੈਵਲ, ਆਟੋ ਪਾਇਲਟ ਸਟੇਟ ਸਮੇਤ ਦੀਗਰ ਬਹੁਤ ਸਾਰੇ ਪਹਿਲੂਆਂ ਤੇ ਅਵਾਮਿਲ ਨੂੰ ਨੋਟ ਕਰਦਾ ਹੈ। ਇਹ ਜਿਹੜੇ ਮਾਡਰਨ FDR ਹੁੰਦੇ ਨੇ ਨਾ ਇਹ ਕਈ 100 ਪੈਰਾਮੀਟਰਸ ਨੂੰ ਆਪਣੇ ਕੋਲ ਰਿਕਾਰਡ ਕਰਦੇ ਨੇ ਤੇ ਇਹ ਰਿਕਾਰਡਿੰਗ ਜਿਹੜੀ ਹੈ ਨਾ ਇਹ ਕਮ ਅਜ਼ ਕਮ 25 ਘੰਟਿਆਂ ਦਾ ਬੈਕਅਪ ਰੱਖਦੀ ਹੈ। ਹੁਣ ਅਗਰ ਇਹ ਗੱਲ ਕੀਤੀ ਜਾਏ ਕਿ ਬਲੈਕ ਬਾਕਸ ਬਣਾਉਣ ਦਾ ਸਭ ਤੋਂ ਪਹਿਲੇ ਖਿਆਲ ਕਿਹਨੂੰ ਆਇਆ ਤੇ ਇੱਕ ਆਸਟ੍ਰੇਲੀਅਨ ਗੋਰਾ ਸੀ ਜਿਹਦਾ ਨਾਂ ਸੀ ਡੇਵਿਡ ਵਾਰਨ। ਤੇ ਡੇਵਿਡ ਵਾਰਨ ਦੇ ਆਪਣੇ ਅੱਬਾ ਜੀ ਦਾ ਇੰਤਕਾਲ ਇੱਕ ਤਿਆਰਾ ਹਾਦਸੇ 'ਚ ਹੋਇਆ ਸੀ ਤੇ ਜਦੋਂ ਉਹਦੇ ਵਾਲਿਦ ਸਾਹਿਬ ਨੂੰ ਇਹ ਹਾਦਸਾ ਪੇਸ਼ ਆਇਆ ਸੀ ਉਸ ਟਾਈਮ ਡੇਵਿਡ ਦੀ ਉਮਰ ਸਿਰਫ 9 ਸਾਲ ਸੀ ਤੇ ਇਹ ਹਾਦਸਾ 1934 'ਚ ਪੇਸ਼ ਆਇਆ ਸੀ। ਲੇਕਿਨ ਪਹਿਲੀ ਵਾਰ 1950 ਦੇ ਵਿੱਚ ਡੇਵਿਡ ਵਾਰਨ ਨੇ ਇਸ ਆਈਡੀਆ ਤੇ ਕੰਮ ਸ਼ੁਰੂ ਕੀਤਾ ਤੇ 1953 ਦੇ ਵਿੱਚ ਪਹਿਲੀ ਵਾਰ ਐਰੋਨੌਟਿਕਲ ਰਿਸਰਚ ਲੈਬਾਰਟਰੀ ਜਿਹਨੂੰ ਤੁਸੀਂ ARL ਵੀ ਕਹਿੰਦੇ ਹੋ ਉਹਦੇ ਵਿੱਚ ਇਹ ਬਲੈਕ ਬਾਕਸ ਤਿਆਰ ਹੋਇਆ। ਹੁਣ ਜਿਹੜੀ ਫਲਾਈਟ ਡਾਟਾ ਰਿਕਾਰਡਿੰਗ ਡਿਵਾਈਸ ਸੀ ਇਹ ਦੂਸਰੀ ਜੰਗੇ ਅਜ਼ੀਮ ਦੇ ਵਿੱਚ ਬਰਤਾਨੀਆ ਜਿਹਨੂੰ ਇੰਗਲੈਂਡ ਵੀ ਕਹਿੰਦੇ ਹੋ UK ਵੀ ਕਹਿੰਦੇ ਹੋ ਉੱਥੇ ਤਿਆਰ ਕੀਤੀ ਗਈ ਜਦਕਿ ਮੈਟਾ ਹੈਰੀ ਨਾਮੀ ਫਲਾਈਟ ਰਿਕਾਰਡ ਜਿਹੜਾ ਹੁੰਦਾ ਹੈ ਇਹ ਫਿਨਲੈਂਡ ਦੇ ਇੱਕ ਐਵੀਏਸ਼ਨ ਇੰਜੀਨੀਅਰ ਜਿਹਦਾ ਨਾਮ ਵੀਜੂ ਹੈਟਾਲਾ ਸੀ ਉਹਨੇ ਤਿਆਰ ਕੀਤਾ ਸੀ ਜਿਹੜਾ ਕਾਲੇ ਰੰਗ ਦੇ ਬਾਕਸ ਦੀ ਸ਼ਕਲ ਦੇ ਵਿੱਚ ਸੀ। ਅੱਜ ਕੱਲ ਦੇ ਡਿਜੀਟਲ ਰਿਕਾਰਡਰਸ ਕਾਕਪਿਟ ਦੀ ਗੁਫ਼ਤਗੂ ਨੂੰ ਸਿਰਫ 2 ਘੰਟੇ ਤੱਕ ਰਿਕਾਰਡ ਕਰਦੇ ਨੇ ਔਰ ਉਸ ਦੇ ਤੋਂ ਬਾਅਦ ਇਹ ਓਵਰਰਾਈਟ ਹੋ ਜਾਂਦੀ ਹੈ। ਹੁਣ ਇਸ ਰਿਕਾਰਡਿੰਗ ਦੇ ਵਿੱਚ ਤਿਆਰੇ ਦੇ ਅੰਦਰ ਜਿਹੜੀ ਗੁਫ਼ਤਗੂ ਹੁੰਦੀ ਹੈ ਉਹ ਬੈਕਗ੍ਰਾਉਂਡ ਆਵਾਜ਼ਾਂ ਸਮੇਤ ਜਿਹੜੀ ਕ੍ਰਿਊ ਦੇ ਆਪਸ ਵਿੱਚ ਇੰਟਰੈਕਸ਼ਨ ਹੁੰਦੀ ਹੈ ਔਰ ਤਿਆਰੇ ਦਾ ਜਿਹੜਾ ਕੰਟਰੋਲ ਟਾਵਰ ਨਾਲ ਰਾਬਤਾ ਹੁੰਦਾ ਹੈ ਤੇ ਉਸ ਦੌਰਾਨ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਉਹ ਰਿਕਾਰਡ ਹੁੰਦੀ ਹੈ। ਜਿਹੜੇ ਪਹਿਲੇ ਮੈਗਨੈਟਿਕ ਰਿਕਾਰਡਰ ਬਣਾਏ ਗਏ ਸਨ ਉਹ ਸਿਰਫ ਅੱਧੇ ਘੰਟੇ ਦੀ ਰਿਕਾਰਡਿੰਗ ਆਪਣੇ ਕੋਲ ਸੇਵ ਰੱਖਦੇ ਸਨ ਲੇਕਿਨ ਉਹਦੀ ਵੀ ਕੋਈ ਫਿਕਸ ਟਾਈਮਿੰਗ ਨਹੀਂ ਹੁੰਦੀ ਸੀ ਔਰ ਉਹਦਾ ਦੌਰਾਨੀਆ ਵੀ ਮੁਖਤਲਿਫ ਹੁੰਦਾ ਹੈ। ਬਲੈਕ ਬਾਕਸ ਜਾਂ FDR ਨੂੰ ਵਿਰਚੁਅਲੀ ਇੰਡਸਟਰਕਟੇਬਲ ਸਮਝਿਆ ਜਾਂਦਾ ਹੈ ਕਿਉਂਕਿ ਨਾਈਟੀਨੀਅਮ ਜਾਂ ਸਟੇਨਲੈਸ ਸਟੀਲ ਜਿਹੀਆਂ ਮਜ਼ਬੂਤ ਧਾਤਾਂ ਦੀ ਦੋਹਰੀ ਤਹਿ 'ਚ ਮਹਿਫੂਜ਼ ਹੁੰਦੇ ਨੇ। ਇਹਨਾਂ ਨੂੰ ਤਿਆਰੇ 'ਚ ਨਸਬ ਕਰਕੇ ਫਿਰ ਇਹਨਾਂ ਦਾ ਕ੍ਰੈਸ਼ ਟੈਸਟ ਕੀਤਾ ਜਾਂਦਾ ਹੈ ਕਿ ਇਹ ਕਿੰਨਾ ਦਬਾਅ ਸਹਿ ਸਕਦੇ ਨੇ, ਇਹ ਹਾਦਸੇ ਦੀ ਕਿੰਨੀ ਸ਼ਿੱਦਤ ਨੂੰ ਬਰਦਾਸ਼ਤ ਕਰ ਸਕਦੇ ਨੇ। ਅਗਰ ਅੱਗ ਦੀ ਸੂਰਤ 'ਚ ਜਲਦੇ ਨੇ ਤਿਆਰਾ ਗਿਰਦਾ ਹੈ, ਤਿਆਰੇ ਨੂੰ ਅੱਗ ਲੱਗ ਜਾਂਦੀ ਹੈ ਤੇ ਇਹ 1100 ਡਿਗਰੀ ਤੱਕ ਦਰਜਾ ਹਰਾਰਤ ਨੂੰ 1 ਘੰਟੇ ਤੋਂ ਵੀ ਜ਼ਿਆਦਾ ਵਕਤ ਵਾਸਤੇ ਬਰਦਾਸ਼ਤ ਕਰ ਸਕਦੇ ਨੇ। ਜਦਕਿ ਅਗਰ ਇਹ ਪਾਣੀ 'ਚ ਗਿਰ ਜਾਣ ਜਾਂ ਸਮੁੰਦਰ 'ਚ ਗਿਰ ਜਾਣ ਤੇ 6000 ਮੀਟਰ ਗਹਿਰੇ ਪਾਣੀ 'ਚ ਯਾਨੀ 6 ਕਿਲੋਮੀਟਰ ਅਗਰ ਤੁਸੀਂ ਪਾਣੀ ਦੀ ਗਹਿਰਾਈ ਜਾਓ ਤੇ ਉਹਦਾ ਦਬਾਅ ਵੀ ਇਹ ਬਰਦਾਸ਼ਤ ਕਰ ਸਕਦੇ ਨੇ। ਹੁਣ ਅਗਰ ਇੱਕ ਤਿਆਰਾ ਗਿਰਿਆ ਹੈ ਉਹ ਸਮੁੰਦਰ ਦੇ ਵਿੱਚ ਗਿਰ ਰਿਹਾ ਹੈ, ਬਲੈਕ ਬਾਕਸ ਗਹਿਰਾ ਟੁਰ ਗਿਆ ਹੈ। ਹੁਣ ਗਹਿਰੇ ਸਮੁੰਦਰ 'ਚ ਅਗਰ ਬਲੈਕ ਬਾਕਸ ਨੂੰ ਢੂੰਡਣਾ ਪੈ ਜਾਏ ਨਾ ਤੇ ਇਹਦੇ ਨਾਲ ਇੱਕ ਡਿਵਾਈਸ ਹੁੰਦੀ ਹੈ ਜਿਹਦਾ ਨਾਮ ਬੀਕਨ ਲੋਕੇਸ਼ਨ ਲੋਕੇਟਰ ਹੁੰਦਾ ਹੈ ਜਿਹੜੀ 20000 ਫੁੱਟ ਉਚਾਈ ਜਾਂ 4 ਕਿਲੋਮੀਟਰ ਗਹਿਰੇ ਪਾਣੀ ਦੇ ਵਿੱਚ ਵੀ ਇੰਤਹਾਈ ਅੱਛੀ ਤਰ੍ਹਾਂ ਕੰਮ ਕਰਦੀ ਹੈ ਤੇ ਹਰ ਸੈਕਿੰਡ ਵਿੱਚ ਇਹ ਇੱਕ ਵਾਰ ਪਿੰਗ ਸਾਊਂਡ ਬਮੈ ਲੋਕੇਸ਼ਨ ਦਿੰਦੀ ਹੈ ਤੇ ਇਹਦੀ ਜਿਹੜੀ ਬੈਟਰੀ ਹੈ ਉਹ 30 ਦਿਨ ਤੋਂ ਲੈ ਕੇ 90 ਦਿਨ ਯਾਨੀ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਕੰਮ ਕਰ ਸਕਦੀ ਹੈ।
जबकि ਜਿਹੜਾ ਸਾਡਾ ਇੰਡੀਅਨ ਓਸ਼ੀਅਨ ਹੈ ਇਹਦਾ ਪਾਣੀ ਸਖਤ ਨਮਕੀਨ ਹੈ ਤੇ ਉਹਦੇ 'ਚ ਵੀ ਇਹ ਡਾਟਾ 2 ਸਾਲ ਤੱਕ ਸਰਵਾਈਵ ਕਰ ਸਕਦਾ ਹੈ। ਹੁਣ ਜਿਹੜੇ ਹਵਾਬਾਜ਼ੀ ਦੇ ਮਾਹਿਰੀਨ ਨੇ ਉਹ ਇਸ ਆਈਡੀਆ ਤੇ ਵੀ ਕੰਮ ਕਰ ਰਹੇ ਨੇ ਕਿ ਕਿਸੇ ਵੀ ਟਿਆਰੇ ਦੀ ਜਿਹੜੀ ਰੀਅਲ ਟਾਈਮ ਲੋਕੇਸ਼ਨ ਹੁੰਦੀ ਹੈ ਜਾਂ ਵਾਇਸ ਰਿਕਾਰਡਿੰਗ ਹੁੰਦੀ ਹੈ ਜਾਂ ਜਿਹੜਾ ਫਲਾਈਟ ਡਾਟਾ ਹੁੰਦਾ ਹੈ ਉਹਨੂੰ ਬਰਾਹ ਰਾਸਤ ਸੈਟਲਾਈਟ ਨਾਲ ਮੁੰਸਲਿਕ ਕੀਤਾ ਜਾਏ ਤਾਂ ਕਿ ਮੁਸਤਕਬਲ ਵਿੱਚ ਅਗਰ ਕੋਈ ਹਾਦਸਾ ਹੋ ਜਾਂਦਾ ਤੇ ਬਲੈਕ ਬਾਕਸ ਨੂੰ ਢੂੰਡਣੇ 'ਚ ਜ਼ਿਆਦਾ ਖਪਣਾ ਨਾ ਪਏ। ਬਹਰਹਾਲ ਦੋਸਤੋ, ਬਲੈਕ ਬਾਕਸ ਜਿੰਨਾ ਵੀ ਮਜ਼ਬੂਤ ਹੋਏ, ਜਿੰਨਾ ਵੀ ਇਹ ਤਬਾਹ ਹੋਣ ਤੋਂ ਮਹਿਫੂਜ਼ ਹੋ, ਇਹਨਾਂ ਨੂੰ ਢੂੰਡਣ 'ਚ ਨਾਕਾਮੀ ਹੋ ਸਕਦੀ ਹੈ ਜਾਂ ਇਹ ਵੀ ਤਬਾਹ ਹੋ ਸਕਦੇ ਨੇ ਤੇ ਇਹਦਾ ਇਮਕਾਨ ਹਰ ਸੂਰਤ ਮੌਜੂਦ ਰਹਿੰਦਾ ਹੈ। लेकिन अगर ये सैटेलाइट नाल मुंसलिक हो जाते हैं तो ऐसे तमाम खतियात का खात्मा हो जाएगा कि ब्लैक बॉक्स लभेगा नहीं, ब्लैक बॉक्स तबाह हो गया है, वो जो सारा डाटा होएगा वो सानू सैटेलाइट तो उस टाइम एक क्लिक दे विच मिल जाएगा। तो ब्लैक बॉक्स अगर त्यारा तबाह हो जाता है तो ब्लैक बॉक्स की जी तफ्तीश होंदी है वो अमूमन वही कंपनियां करदियां ने जिन्हां दा जहाज होंदा है। जिस तरह अगर बोइंग ब्लैक बॉक्स नूं अगर ढूंढना होए तो बोइंग कंपनी उन्होंने ढूंढेगी, उसकी तफ्तीश सारा कुछ बोइंग कंपनी करेगी। लेकिन हर मुल्क के जिहड़े हवाबाजी के कवानीन ने, रेगूलेशनस होंदे ने और जिहड़े तरीक़ेकार होंदे ने वो मुख्तलिफ होंदे ने। जी तो प्यारे दोस्तों, यह ब्लैक बॉक्स की मुख्तसर जी तारीख है जी मैं तुहाडे सामने रखी है। ये जिहड़े पहले ब्लैक बॉक्स ईजाद होया है उन्होंने 2 ब्लैक बॉक्स बनाने वाले नाँ तो मैं तुहानूं दस दिते ने, लेकिन यह अज तक जिहड़े जदीद शक्ल विच पहुंचा है इत्थे मतलब मुख्तलिफ लोगों ने काम किया है, हर बंदे ने काम किया है, उन्होंने बराबर नाँ भी सानूं को नहीं लभे ते जो कुछ साडे कोल मालूमात सानूं दस्तियाब सन उन्होंने बारे मैं हल्का जिहा तुहानूं दस दिता है। तो मैनूं उम्मीद है कि अज दी यह वीडियो तुहानूं बड़ी पसंद आई होनी है। तो अगर वाकई ऐसा है तो यार एक साडे सिर ते भी मेहरबानी करो, इस वीडियो नूं लाइक करो तो अपने दूसरिया संगियां नाल भी शेयर करो। तो अगे अगर तुसीं किसी टॉपिक ते पंजाबी दे विच वीडियो देखना चाहते हो तो सानूं दस दो, असीं पूरी कोशिश करांगे कि इस तरह भी तुहानूं एंटरटेनमेंट किया जा सके। तो इंशाअल्लाह हुण तुहाडे नाल मुलाकात करदे हां अगली किसी वीडियो दे विच। ते तब तक तुसां सारिआं दा ते साडा रब राखा।